बिस्मिल्लाहिर्रहमानिर्रहीम। नाजरीन, मैं तुहाडा मेज़बान अमानत अली साबर अपने ज़री चैनल तो तुहानू खुशमदीद आखना। दोस्तों, अज असी तुहाडे वास्ते एक नवीं इनफॉर्मेटिव वीडियो लैके एक नवें अनवान दे नाल कुछ मालूमात लैके तुहाडी खिदमत च हाज़र होए हाँ। जिस तरह तुसी जानदे हो कि असी इस वक्त गोट एंड शीप यानी भेडां और बकरियां दे एक रेवड़ दे विच इस वक्त मौजूद हाँ। तो साडे नाल भाई साहब ने ये सारी मालूमात तुहानू इन्हां बकरियां दे बारे च और इन्हां भेडां दे बारे च ये मालूमात देणगे कि कोई दोस्त अगर कारोबार करना चाहे तो इस बारे च दसणगे कि कारोबार कैसा है, मुनाफेबल है यानी प्रॉफिटेबल ये काम है और किस तरह इन्हां दी देखभाल की जाती है। अगर कोई बीमारी होवे तो उहदा किस तरह इलाज करते हैं, होर दीगर मसाइल जिहड़े ने वो सारे दसणगे। अस्सलाम वालेकुम जी। वालेकुम सलाम जी। सर जी, पहले तो अपना नाम दसो। मेरा नाम जी गुलाम मुर्तज़ा। गुलाम मुर्तज़ा जी। मुर्तज़ा साहब जी, ये सारा तकरीबन तुहाडा ही यानी कि रेवड़ है जी बकरियां दा। ये जी साढ़े दादे पुछ हाँ जी। दादे परदादे का कारोबार है। ते यही जरा पूछना सी, तुसी काफ़ी किन्ने अरसे तो इस कारोबार नाल ये तकरीबन जी साड़ियाँ 2-3 पीढ़ियाँ चल गई इस कारोबार च। इस कारोबार हाँ जी। च। अच्छा, जिस वक्त तुसी यार फर्ज करो अपना तुसी कीता, अपनी होश आई जी, जी। हुई, उदों किन्नियां कि यानी कि भेडां बकरियां सी तुहाडे कोल ते तुसी इहदा काम कीता? तकरीबन साढ़े को 80-50-60 किन्नी कुछ चिर हो गया तकरीबन? तकरीबन मैं पहले मेरा वाल साहब चारदा सी, उस तो बाद मैं चारन लगा कोई तकरीबन 5-7 साल तो। 5-7 साल तो तुसी जी। चारन लगे हो। जी। अच्छा, यानी कि तुसी किन्नियां भेडां दा शुरू कीता? 40-50? 40-50 तो 40-50 तो यानी कि मुੱਲ ਲੈ ਕੇ ਕੀਤੀਆਂ ਹੋਣਗੀਆਂ? नहीं जी, साड़ियाँ घर दियां सी। ਅੱਛਾ, ਦਿਹਾੜੀਆਂ ਘਰ ਤੋਂ ਟੁਰ ਤੁਸੀਂ ਗਈਆਂ। ਇਸ ਤਰ੍ਹਾਂ ਸ਼ੁਰੂ ਕੰਮ ਕਰ जी ਲਿਆ? जी ਅੱਛਾ, ਤੇ ਹੁਣ ਮਾਸ਼ਾਅੱਲਾ ਜਿਹੜੀਆਂ ਦਿਹਾੜੀਆਂ ਜ਼ਾਤੀ ਨੇ ਆਪਣੀਆਂ जी जी। ਇਹਨਾਂ ਦੇ ਵਿੱਚ ਉਹ ਕਿੰਨੀਆਂ ਨੇ? ये तकरीबन है जी हुण इस टाइम तकरीबन 100 तो 125। ਅੱਛਾ, ਠੀਕ ਹੈ जी ਅੱਛਾ ਸਰ ਜੀ, ਇਹ ਸਾਨੂੰ ਜ਼ਰਾ ਦੱਸਣਾ ਕਿ ਅਗਰ ਕੋਈ ਸਾਡੇ ਨਾਜ਼ਰੀਨ ਦੇਖਣ ਵਾਲੇ ਚੈਨਲ ਸਾਡੇ जी ਅਗਰ ਇਹ ਕਾਰੋਬਾਰ ਕਰਨਾ ਚਾਹਣ ਭੇਡਾਂ ਦਾ ਜਾਂ ਬੱਕਰੀਆਂ ਦਾ जी जी। ਤੇ ਇਹ ਠੀਕ ਹੈ, ਅੱਛਾ ਮੁਨਾਫਾ ਵਾਲਾ ਕੰਮ ਹੈ? जी जी। यानी अजकल यानी अगर कोई भेड़ अच्छी नस्ल दी जड़ी है, जी। पहले तो दस दिओ कि ਇਹਦੀਆਂ ਨਸਲਾਂ ਕਿੰਨੀਆਂ ਕਨੇ ਇਹਨਾਂ ਦੀ ਨਸਲਾਂ ਭੇਡਾਂ ਦੀਆਂ? ਇਹਨਾਂ ਦੀ ਨਸਲਾਂ ਤਕਰੀਬਨ ਕਾਫੀ ਨੇ 5-7 ਨਸਲਾਂ ਨੇ ਜੀ। ਅੱਛਾ, ਜਿਨ੍ਹਾਂ ਚ ਜ਼ਿਆਦਾ ਦੇਸੀ ਕਜਲੀਆਂ। ਕਜਲੀ ਸਭ ਤੋਂ ਕਹਿੰਦੇ ਨਾਯਾਬ ਕਿਸਮ ਹੈ ਜੀ ਜੀ। ਔਰ ਮਹਿੰਗੀ ਵੀ ਬੜੀ ਮਹਿੰਗੀ ਹੈ ਜੀ। ਅੱਛਾ, ਉਹਦਾ ਦੂਸਰਾ ਜੰਮਦਾ ਬੱਚਾ ਵੀ ਜੀ 25-26000 ਰੁਪਏ ਦਾ। 25-26000 ਦਾ ਜੰਮਦਾ ਹੀ ਜੀ। ਇਹਦਾ ਮਤਲਬ ਕਾਫੀ ਮੁਨਾਫੇਬਲ ਕੰਮ ਜੀ ਹੈ। ਜੀ। ਔਰ ਇਹਦੀ ਯਾਨੀ ਬਰੀਡਿੰਗ ਮੈਂ ਕਹਿੰਦਾ ਸੂਨੀਆਂ ਕਿੰਨੀ ਕੁ ਵਾਰੀ ਯਾਨੀ 6 ਮਹੀਨੇ ਬਾਅਦ ਭੇਡ ਜੀ। ਸੂ ਪੈਂਦੀ? ਹਾਂਜੀ। ਤੇ ਇਹ ਤੁਸੀਂ ਜ਼ਿਆਦਾ ਭੇਡਾਂ ਨਰ ਰੱਖੋ ਜਾਂ ਮਾਦਾ ਰੱਖੋ ਤੇ ਕਿਹਨਾਂ ਚ ਜ਼ਿਆਦਾ ਫਾਇਦਾ ਹੈ? ਮਾਦੀਆਂ 'ਚ ਫਾਇਦਾ ਜੀ, ਨਰਾਂ 'ਚ ਫਾਇਦਾ। ਅੱਛਾ, ਦੁੱਧ ਤੁਸੀਂ ਚਾਹੁੰਦੇ ਹੋ ਇਹਨਾਂ ਦਾ ਜਾਂ ਨਹੀਂ ਚਾਹੁੰਦੇ, ਯਾਨੀ ਕਿ ਬੱਚਿਆਂ ਨੂੰ ਪੀ ਬੱਚਿਆਂ ਨੂੰ ਪਿਆਉਣਾ। ਸਹੀ ਗੱਲ ਜੀ। ਅੱਛਾ, ਦੂਸਰੀ ਸਾਡੇ ਨਾਜ਼ਰੀਨ ਨੂੰ ਇਹ ਦੱਸੋ, ਕਿਉਂਕਿ ਮਸਲੇ ਮਸਾਇਲ ਤੇ ਆਉਂਦੇ ਨੇ ਜਦੋਂ ਕੋਈ ਜਾਨਵਰ ਰੱਖਿਆ ਜਾਵੇ, ਜਿਹਦਾ ਇਨਸਾਨ ਹੈ ਬਿਮਾਰ ਠਮਾਰ ਹੁੰਦਾ ਹੈ। ਜੀ ਜੀ, ਆਉਂਦੀ ਬਿਮਾਰੀ ਆਉਂਦੀ। ਇਹਨਾਂ ਤੇ ਕਿਹੜੀ ਬਿਮਾਰੀ ਦਾ ਅਟੈਕ ਹੋ ਸਕਦਾ? ਇਹਦੇ ਤੇ ਅਟੈਕ ਵੀ ਹੁੰਦਾ ਜੀ, ਪਰ ਜਿਵੇਂ ਬੰਦੇ ਨੂੰ ਅਟੈਕ ਹੁੰਦਾ ਨਾ, ਜੀ ਜੀ, ਇਸ ਤਰ੍ਹਾਂ ਅਟੈਕ ਵੀ ਹੁੰਦਾ। ਜਿਸ ਤਰ੍ਹਾਂ ਬੰਦੇ ਨੂੰ ਬੁਖਾਰ ਹੁੰਦਾ, ਇਸ ਤਰ੍ਹਾਂ ਬੰਦੇ ਨੂੰ ਬੁਖਾਰ ਵੀ ਹੁੰਦਾ। ਯਾਨੀ ਹਰ ਬਿਮਾਰੀ ਜਿਸ ਤਰ੍ਹਾਂ ਇਨਸਾਨ ਨੂੰ ਹੁੰਦੀ, ਇਸ ਤਰ੍ਹਾਂ ਇਹਨਾਂ ਨੂੰ ਹੁੰਦੀ। ਇਸ ਤਰ੍ਹਾਂ ਹੀ ਹੁੰਦੀ। ਤੇ ਫਿਰ ਤੁਸੀਂ ਇਹਦਾ ਕੀ ਉਪਾਅ ਕਰਦੇ? ਅਸੀਂ ਇਹਨਾਂ ਦਾ ਆਪ ਹੀ ਉਪਾਅ ਕਰਨਾ ਜੀ। ਟੀਕਾ ਟੱਪਾ ਵੇਖੀਦਾ, ਪਰ ਉਹਨਾਂ ਨੂੰ ਬੁਖਾਰ ਹੈ, ਇਹਨੂੰ ਕੀ ਵਜ੍ਹਾ ਹੈ, ਉਹਦਾ ਟੀਕਾ ਟੱਪਾ ਅਸੀਂ ਆਪ ਲਾਉਂਦੇ ਹਾਂ। ਟੀਕਾ ਯਾਨੀ ਕਿ ਡਾਕਟਰਾਂ ਕੋਲ ਮਸ਼ਵਰੇ ਨਾਲ? ਨਹੀਂ, ਆਪਣੇ ਮਸ਼ਵਰੇ ਨਾਲ ਲਾਈ। ਕੋਈ ਯਾਦ ਹੈ ਕਿਹੜਾ ਟੀਕਾ ਲਾਉਂਦੇ ਇਹਨੂੰ? ਟਾਰਾਮੈਸਨ ਲਾ ਲੈ, ਇੱਕ ਹੁੰਦਾ ਦੂਸਰਾ, ਹੁਣ ਅਸੀਂ ਆਊਟਡਾਕਟਰ ਕਹਿੰਦੇ ਉਹਨੂੰ, ਚਿਚੜਾਂ ਵਾਸਤੇ ਉਹ ਲਾ ਲਾ। ਜੀ ਜੀ, ਉਹ 5-6 ਬਿਮਾਰੀਆਂ ਕੰਟਰੋਲ ਕਰਦਾ। ਬੁਖਾਰ ਨੂੰ, ਅੱਛਾ, ਜਣੀ ਆ ਜਿਹੜੀ ਚਿਚੜੀ ਪੈਂਦੀ ਹੈ, ਪਰ ਉਹਨਾਂ ਨੂੰ ਠੀਕ ਹੈ, ਕਾਫੀ ਬਿਮਾਰੀਆਂ ਨੂੰ ਕੰਟਰੋਲ ਕਰਦਾ। ਸਹੀ ਗੱਲ ਹੈ, ਠੀਕ ਹੈ। ਨਾਲ ਗੋਲੀਆਂ ਪੇ ਦੇ ਦੇਣ, ਜਿਸ ਤਰ੍ਹਾਂ ਇਨਸਾਨ ਖਾਂਦਾ ਪੈਰਾਡੋਲ ਲਾ ਲਾ, ਪੈਰਾਡੋਲ ਖਾਂਦਾ, ਇਸੇ ਤਰ੍ਹਾਂ ਹੀ ਇਹਨਾਂ ਨੇ ਫੋਰਸਟੋਨ ਉਹ ਮਿਲਾ ਕੇ ਬੁਖਾਰ ਵਾਸਤੇ ਦੇ, ਨਜ਼ਲੇ ਜ਼ੁਕਾਮ ਵਾਸਤੇ ਉਹ ਕੰਟਰੋਲ ਕਰ ਜਾਂਦਾ। ਟਾਰਾਮੈਸਨ ਟੀਕਾ ਲਾਈਦਾ 5 ਗ੍ਰਾਮ ਲਾਈਦਾ। ਅੱਛਾ ਅੱਛਾ, ਆਹ ਸਾਰਾ ਇਹ ਥੋੜਾ ਜਿਹਾ ਦੱਸ ਦਿਓ ਫਰਜ਼ ਕੋ, ਕਿਸੇ ਸਾਡੇ ਦੋਸਤ ਨੇ ਰੱਖੀਆਂ ਹੋਣ ਕੋਈ ਇਦਾਂ ਦੇ ਮਸਲੇ ਮਸਾਇਲ ਹੋਣ ਤੇ ਉਹ ਇਹਨਾਂ ਨੂੰ ਜਿਹੜਾ ਨਾ ਕੰਟਰੋਲ ਕਰ। ਅਗਰ ਜਿਹੜਾ ਬੰਦਾ ਨਹੀਂ ਸਮਝਦਾ ਉਹ ਫਿਰ ਡਾਕਟਰ ਨਾਲ ਮਸ਼ਵਰਾ ਕਰ ਲੈਂਦਾ। ਆਹ ਡਾਕਟਰ ਨਾਲ ਮਸ਼ਵਰਾ ਕਰ ਲੈ, ਬਿਹਤਰ ਇਹ ਹੈ ਕਿ ਜਿਹਨੂੰ ਨਹੀਂ ਪਤਾ ਲੱਗਦਾ ਉਹ ਇਹਨਾਂ ਦੇ ਲਾਈਫ ਸਟਾਕ ਦੇ ਡਾਕਟਰ ਹੁੰਦੇ ਨੇ। ਜੀ ਜੀ, ਉਹਨਾਂ ਮਸ਼ਵਰਾ ਕਰਕੇ ਇਹਨੂੰ ਟੀਕੇ ਸ਼ੀਕੇ ਲਾ ਕੇ ਉਹਦਾ ਇਲਾਜ ਕਰੇ। ਅੱਗੇ ਸਾਡੇ ਡਾਕਟਰ ਹੁੰਦੇ ਸੀ ਮਾਲ ਵੇਖਣ। ਜੀ ਜੀ, ਹੁਣ ਨਹੀਂ ਆਉਂਦੇ। ਨਹੀਂ ਇਹਨਾਂ ਖਿਆਲ ਕਰਦੇ। ਲੇਕਿਨ ਤੁਸੀਂ ਇਹ ਦੋਸਤ ਇੱਕ ਕੰਮ ਹੀ ਅੱਛਾ ਬਿਲਕੁਲ ਜੀ। ਵੀ ਇਹ ਵਾਲਾ ਤੁਸੀਂ ਹੁਣ ਫਰਜ਼ ਕਰੋ 100 ਬੱਕਰੀ ਜਾਂ 100 ਭੇਡ 100 ਫਰਜ਼ ਕਰ ਲਿਆ 100 ਭੇਡ ਰੱਖੀ ਹੈ ਤੇ ਸਾਲ ਦੇ ਵਿੱਚ ਤੁਸੀਂ ਕਿੰਨੀ ਕੁ ਤਵੱਕੋ ਕਰ ਸਕਦੇ ਹੋ? ਉਹ ਜੇ ਅੱਲਾ ਖਿਆਲ ਰੱਖੇ 100 ਭੇਡ ਸੂਬੇ ਨਾ, ਹਾਂਜੀ, ਤੇ ਉਹਦੇ ਵਿੱਚ ਤਕਰੀਬਨ ਲਾ ਲਓ ਤੁਸੀਂ 50 ਲੈ ਲਓ, 50 ਲੈ ਲੀਆਂ ਲਾ ਲਓ, ਤੇ ਜੇ 50 ਲੈ ਲਿਆ ਅੱਲਾ ਖੈਰ ਕਰੀਏ ਇਹਦੇ ਨਾਲ ਪਾਲ ਦੇਵੇ, ਹਾਂਜੀ, ਤੇ ਤੁਸੀਂ 5000 ਨੂੰ ਪੁੱਠਾ ਲਾ ਲਓ, ਕਿੰਨੇ ਰੁਪਏ ਬਣਦੇ ਨੇ? ਇੱਥੇ ਜਾਂਦਾ 2.5 ਲੱਖ, ਇੱਕ ਦੇ 2.5 ਇੱਕ 5 ਹੋ ਗਿਆ। ਤੇ ਦੂਸਰਾ ਇਹ ਕੋਈ ਜਿਸ ਵਿੱਚ ਨਾਲ ਮਾਲ ਵੀ ਵੱਧ ਗਿਆ। ਮਰਦੇ ਜੰਮਦੇ ਵੀ ਆ ਗਏ। ਮਸਲਨ ਜ਼ਿਆਦਾਤਰ ਬਿਮਾਰੀ ਇਹਨਾਂ ਸਾਲਾਂ 'ਚ ਕਿੰਨਾ ਸਾਲਾਂ 'ਚ ਹੋਈ ਹੈ, ਕੋਈ ਯਾਦ ਹੈ ਤੁਹਾਨੂੰ? ਇਹ ਸਾਲ ਦੇ ਵਿੱਚ ਜ਼ਿਆਦਾ ਆਈ ਹੈ, ਜ਼ਿਆਦਾ ਬਿਮਾਰੀ ਆਈ। ਸਹੀ ਗੱਲ ਹੈ। ਅੱਛਾ, ਇੱਕ ਤੇ ਆ ਤੁਹਾਡਾ ਓਪਨ ਸ਼ੈਡ ਹੈ, ਸਮਝ ਲਓ ਕਿ ਤੁਸੀਂ ਓਪਨ ਹੀ ਰੱਖਿਆ। ਓਪਨ ਜ਼ਿਆਦਾ ਚਰਾਈ ਤੇ ਆ, ਖਰਚਾ ਬਹੁਤ ਘੱਟ। ਜੀ ਜੀ, ਖਰਚਾ ਘੱਟ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਐਸਾ ਕੰਮ
ਜਿਹਦੇ 'ਚ ਖਰਚਾ ਵੀ ਘੱਟ ਹੋਵੇ ਆਮਦਨ ਜ਼ਿਆਦਾ ਹੋਵੇ। ਇਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਕੋਈ ਖੁਰਾਕ ਦਿੰਦੇ ਹੋ? ਨਹੀਂ ਜੇ ਬੱਕਰੀਆਂ ਜਿਹੜੀ ਬੱਕਰੀ ਹੈ ਨਾ ਉਹਨੂੰ ਖੁਰਾਕ ਦੇਣੀ ਪੈਂਦੀ, ਭੇਡ ਨੂੰ ਦੇਣੀ ਪੈਂਦੀ। ਅੱਛਾ, ਬੱਕਰੀ ਨੂੰ ਘਰ ਜਾ ਕੇ ਖੁਰਾਕ ਕਿਹੜੀ ਦਿੰਦੇ ਹੋ ਮਸਲਨ? ਜਣੀ ਪੱਠਾ ਦੱਥਾ ਪਾ ਲਾ, ਸਿਆਲ ਦੇ ਦਿਨਾਂ 'ਚ ਅੱਜ ਕੱਲ੍ਹ ਕੋਈ ਲੋੜ ਨਹੀਂ। ਕੋਈ ਦਾਣਾ ਛਾਣਾ ਪਾਉਂਦੇ ਹੋ? ਦਾਣਾ ਛਾਣਾ ਵੀ ਪਾਈਦਾ, ਪੱਠਾ ਦੱਥਾ ਵੀ ਪਾਈਦਾ, ਸਿਆਲ ਦੇ 2-3 ਮਹੀਨੇ ਖਾਸ ਕਰਕੇ। ਖੁਰਾਕਾਂ ਦੱਸ ਦਿਓ ਬੱਕਰੀਆਂ ਨੂੰ ਮਸਲਨ ਇਹਨਾਂ ਦਿਨਾਂ 'ਚ। ਅਸੀਂ ਸੁੱਕੀ ਕਣਕ ਜਿਹੜੀ ਬੱਕਰੀਆਂ ਜਿਹੜੀ ਰੱਖੀਆਂ ਹੁੰਦੀਆਂ ਨਾ, ਸੁੱਕੀ ਕਣਕ ਲੈ ਕੇ ਰੱਖੀ ਦੀ, ਉਹ ਫਿਰ ਬੱਕਰੀਆਂ ਨੂੰ ਪਾਲੀ ਦੇ ਵਿੱਚ ਕੋਈ ਪਾਈਆ ਲਾ ਲਾ, ਸਿਰ ਲਾ ਲਾ, ਸਿਰ ਲਾ ਲਾ। ਬੱਕਰੀ ਕਿੰਨਾ ਕੁ ਖਾ ਸਕਦੀ ਹੈ ਮਤਲਬ ਕਿੰਨੀ ਕੁ ਦਿੰਦੇ ਹੋ? ਤਕਰੀਬਨ ਅੱਧਾ ਕਿਲੋ ਦੇ ਹਿਸਾਬ ਨਾਲ। ਅੱਧਾ ਕਿਲੋ ਰੋਜ਼? ਦਾਣਾ ਇਹ ਅਗਰ ਦਾਣਾ ਪਾਈ ਜਾਓ ਅੱਧਾ ਕਿਲੋ ਇੱਕ ਬੱਕਰੀ ਨੂੰ, ਤੇ ਉਹ 2-3 ਮਹੀਨਾ ਵੀ ਫਿਰ ਕੋਈ ਬੱਕਰੀ ਨੂੰ ਮਸਲਾ ਨਹੀਂ ਬਣਦਾ। ਮਸਲਾ ਨਹੀਂ ਬਣਦਾ, ਯਾਨੀ ਕਿ ਉਹਦੇ ਵਿੱਚ ਨਹੀਂ ਤਾਕਤ ਆ ਜਾਂਦੀ ਹੈ ਬਿਮਾਰੀ ਦੇ ਖਿਲਾਫ ਲੜਨ ਦੀ। ਸਹੀ ਗੱਲ। ਇੱਕ ਇਹ ਚੀਜ਼ ਹੋ ਗਈ। ਹੋਰ ਕੋਈ ਐਸੀ ਚੀਜ਼ ਤੁਸੀਂ ਸਾਨੂੰ ਦੱਸੋ ਕਿ ਇਹਨਾਂ ਦੀਆਂ ਕਜਲਾ ਸਭ ਤੋਂ ਜ਼ਿਆਦਾ ਮਹਿੰਗਾ ਵੇਚਦਾ? ਬਹੁਤ ਜ਼ਿਆਦਾ ਮਹਿੰਗਾ। ਫਰਜ਼ ਕਰੋ ਇਹ ਜਿਹੜੀ ਉਹ ਰੱਖਣਾ ਵੀ ਔਖਾ, ਜਿਸ ਤਰ੍ਹਾਂ ਬੱਕਰੀ ਰੱਖਣੀ ਔਖੀ ਹੈ, ਇਸ ਤਰ੍ਹਾਂ ਰੱਖਣਾ ਜਿਹੜੀ ਦੇਸੀ ਭੇਡ ਨਾ ਆਮ ਇਹ ਸੌਖੀ ਹੈ। ਇਹ ਸੌਖੀ ਹੈ ਕਿਉਂ? ਇਹਨੂੰ ਬਿਮਾਰੀ ਘੱਟ ਪੈਂਦੀ ਹੈ? ਘੱਟ ਪੈਂਦੀ ਹੈ, ਉਹਨੂੰ ਜਿਹੜਾ ਖੇਚਲ ਹੁੰਦੀ ਜ਼ਿਆਦਾ ਹੈ, ਨਾਜ਼ੁਕ ਹੋਣਗੇ, ਨਾਜ਼ੁਕ ਹੁੰਦੇ। ਇਹ ਮਸਲਾ ਲੇਲਾ ਆ ਜਿਹੜਾ ਸਾਹਮਣੇ ਕਰ ਰਹੀ ਹੈ ਜ਼ਰਾ, ਇਹ ਫਰਜ਼ ਕਰੋ ਤੁਸੀਂ ਵੇਚਣਾ ਚਾਹੋ, ਆਰੇ ਵੱਡਾ ਉਹ ਪਰਲਾ ਉਹ ਅੱਜ ਹੈਗਾ ਜੀ ਤਕਰੀਬਨ 20 ਤੋਂ 22,000 ਰੁਪਏ ਦਾ। 20,000 ਤੋਂ। ਇੱਥੇ ਕਜਲਾ ਵੀ ਇਹ ਕਜਲਾ ਨਹੀਂ, ਇਹ ਦੇਸੀ ਨੇ ਸਾਰੀਆਂ, ਦੇਸੀ ਨੇ ਸਾਰੀਆਂ ਦੇਸੀ ਨੇ। ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਭੇਡ ਦਾ ਜਿਹੜੀ ਕੀਮਤ ਕਿੰਨੀ ਕੁ ਹੋਏਗੀ ਤੁਹਾਡੇ ਬਾਰੇ? ਕੀਮਤ ਜੀ ਉਹ ਭੇਡ ਦੇ ਮਸਲ ਜਿਵੇਂ ਜੇ ਭੇਡ ਅੱਛੀ ਭੇਡ ਹੈ ਨਾ, ਹਾਂਜੀ, ਉਹ 35 ਤੋਂ 40,000 ਤੱਕ ਵੀ ਹੈ। 40 45 50 ਤੱਕ ਵੀ। ਫੰਡਰ ਭੇਡ ਜਿਹੜੀ ਹੈ ਆਮ ਇਹੋ ਜਿਹੀ ਭੇਡ ਲਾ ਲਓ, ਹਾਂਜੀ, 14 15 16 ਦੀ ਕਸਾਈ ਖਰੀਦ ਲੈਂਦਾ। ਸਹੀ ਗੱਲ, 14 15 ਦੀ ਕਸਾਈ ਖਰੀਦਦਾ। ਸਹੀ ਗੱਲ। ਯਾਨੀ ਕਿ ਕਾਰੋਬਾਰ ਕੋਈ ਦੋਸਤ ਕਰਨਾ ਚਾਹੇ ਤਾਂ ਉਹ ਕਰ ਸਕਦਾ। ਤੇ ਪਹਿਲੇ ਯਾਨੀ ਕਿੰਨੀਆਂ ਭੇਡਾਂ ਤੋਂ ਸਾਨੂੰ ਇਹ ਕੰਮ ਫਰਜ਼ ਕੋ ਨਵੇਂ ਬੰਦੇ ਨੂੰ ਸਟਾਰਟ ਕਰਨਾ ਚਾਹੀਦਾ? 5-30 ਤੋਂ ਕਰ ਲਓ। 5-30 ਤੋਂ ਕਰ ਲਓ। ਇਸ ਤੋਂ ਇਲਾਵਾ ਇਹ ਓਪਨ ਚਰਾਈ ਦਾ ਤੇ ਇਹ ਵੇ ਕਿ ਤੁਹਾਡਾ ਖਰਚਾ ਘੱਟ ਆਉਂਦਾ? ਕੋਈ ਖਰਚਾ ਨਹੀਂ, ਕੋਈ ਖਰਚਾ ਨਹੀਂ, ਸਿਰਫ ਬੰਦਾ ਜਿਹੜਾ ਮਗਰ ਰਹਿਣਾ ਉਹਦਾ ਹੀ ਖਰਚਾ ਹੈ। ਤੇ ਜੇ ਘਰ ਫਾਰਮ ਕਈ ਲੋਕ ਬਣਾ ਲੈਂਦੇ, ਵੀ ਤੁਸੀਂ ਸੁਣਿਆ ਹੁਣ, ਦੇਖਿਆ, ਉਹਦਾ ਖਰਚਾ, ਉਹ ਹਰ ਚੀਜ਼ ਤੁਹਾਨੂੰ ਮੁੱਲ ਦੀ ਪਾਉਣੀ ਪੈਣੀ। ਹਾਂ, ਉਹ ਅਗਰ ਕੋਈ ਦੋਸਤ ਕਰਦਾ ਤੇ ਥੋੜਾ ਜਿਹਾ ਸਾਨੂੰ ਨਾ ਖੁਰਾਕ ਦੇ ਬਾਰੇ ਚ ਦੱਸ ਦਿਓ। ਫਰਜ਼ ਕਰੋ ਮੈਂ ਹੀ ਹਾਂ ਜੀ ਜੀ, ਜਾਂ ਜ਼ੈਦ ਬੱਕਰ ਕੋਈ ਹੈ ਜੀ, ਉਹ ਫਾਰਮਿੰਗ ਕਰਨਾ ਚਾਹੁੰਦਾ ਸਿਰਫ ਭੇਡਾਂ ਦੀ, ਭੇਡਾਂ ਪਾਲਣੀਆਂ। ਤੁਹਾਡਾ ਜ਼ਿਆਦਾ ਤਜਰਬਾ ਮੈਨੂੰ ਲੱਗਦਾ ਭੇਡਾਂ 'ਚ। ਮੈਂ ਫਰਜ਼ ਕਰੋ 20 ਭੇਡਾਂ ਰੱਖਣਾ ਚਾਹੁੰਦਾ ਘਰ, ਆਪਣੇ ਫਾਰਮ ਬਣਾਉਣਾ ਚਾਹੁੰਦਾ ਘਰ 'ਚ, ਤੇ ਮੈਨੂੰ ਸ਼ੁਰੂ ਤੋਂ ਯਾਨੀ ਕਿਸ ਤਰੀਕੇ ਨਾਲ ਉਹ ਤੇ ਭਾਜੀ ਫਿਰ ਇਸ ਤਰ੍ਹਾਂ ਹੀ ਹੈ ਨਾ, ਵੀ ਵੇਖਣਾ ਜਿੰਨਾ ਤੁਸੀਂ ਗੁੜ ਪਾਉਣਾ ਉਨਾ ਹੀ ਮਿੱਠਾ ਹੋਣਾ। ਫਰਜ਼ ਕਰੋ 20 ਭੇਡਾਂ ਮੈਂ ਰੱਖ ਲਈ, 20 ਭੇਡਾਂ ਰੱਖੀਏ ਤਾਂ ਤੁਸੀਂ ਉਹਦਾ 80 ਦੇ ਵੀ ਹਿਸਾਬ ਲਾ ਲਓ। ਕਿਹੜੀ ਖੁਰਾਕ ਦਈਏ? ਤੇ 10 ਕਿਲੋ ਦਾਣਾ ਪੈ ਗਿਆ ਰੋਜ਼, 10 ਕਿਲੋ ਚੋਕਰ ਪੈ ਗਿਆ, 10 ਕਿਲੋ ਤੂੜੀ ਪੈ ਗਈ, ਉਹ ਤੇ ਤੁਸੀਂ ਆਪਣੇ ਹਿਸਾਬ ਨਾਲ ਖਰਚਾ ਕਰਨਾ। ਹਾਂ ਠੀਕ ਹੈ। ਤੇ ਜੇ ਇਸ ਤਰ੍ਹਾਂ ਕਿਤੇ ਬਾਹਰ 10 ਮਿੰਟ ਫਿਰ ਆਉਂਦੀਆਂ ਨੇ, ਅੱਛਾ, ਕੋਈ ਤਕਰੀਬਨ 2 ਘੰਟੇ ਪਹਿਲਾਂ ਫਿਰ ਆਈਆਂ, 2 ਘੰਟੇ ਪਿਛਲੇ ਟਾਈਮ ਫਿਰ ਆਈਆਂ, ਫਿਰ ਕੋਈ ਨਹੀਂ ਏਡਾ ਖਰਚਾ ਹੁੰਦਾ, ਫਿਰ ਕੋਈ ਨਹੀਂ। ਹਾਂ, ਤੇ ਜੇ ਕਿੱਲੇ ਤੇ ਰੱਖਣਾ, ਕਿੱਲੇ ਤੇ ਫਿਰ ਉਹਨਾਂ ਪੂਰੀ ਖੁਰਾਕ ਖਾਣੀ ਆਪਣੀ। ਹਾਂ, ਖੁਰਾਕ ਖਾਣੀ, ਲੇਕਿਨ ਉਹਨਾਂ ਦੀ ਫਿਰ ਗ੍ਰੋਥ ਵੀ ਯਾਨੀ ਵਧਣਗੀਆਂ ਵੀ ਜ਼ਿਆਦਾ। ਹਾਂਜੀ, ਵਜਨ ਬਣਾਉਣੀਆਂ, ਵਜ਼ਨ ਬਣਾਉਣਾ। ਫਰਜ਼ ਕਰੀਏ ਅਸੀਂ ਦਾਣਾ, ਜੇ ਉਹ ਸਾਡੀ ਹੈਗੀ ਨਾ ਜੀ, ਇੱਕ ਮਿਸਾਲ ਲਾ ਲਓ 10,000 ਦੀ ਜੀ, ਉਹ 15,000 5,000 ਤੋਂ ਉੱਤੇ ਵਫਾ ਕਰੇਗੀ, ਉਹ ਆਪਣਾ ਖੁਰਾਕ ਦਾ ਅਸਰ ਤਾਂ ਦੇਗੀ ਨਾ। ਹਾਂਜੀ ਠੀਕ ਹੈ ਜੀ। ਆਪਣਾ ਮੁਰਤਜ਼ਾ ਸਾਹਿਬ ਤੁਸੀਂ ਟਾਈਮ ਦਿੱਤਾ ਜੀ, ਅਸੀਂ ਕਾਫੀ ਕੋਸ਼ਿਸ਼ ਤੋਂ ਬਾਅਦ ਤੁਹਾਨੂੰ ਫੋਨ ਕਰ ਰਹੇ ਸੀ ਕਿ ਤੁਸੀਂ ਸਾਨੂੰ 10 ਮਿੰਟ ਦਿਓ ਜੀ। ਤੁਸੀਂ ਇਨਫੋਰਮੇਸ਼ਨ ਸਾਡੇ ਨਾਜ਼ਰੀਨ ਨੂੰ ਦਿੱਤੀ। ਇਹ ਇਨਸ਼ਾਅੱਲਾ ਤਾਲਾ ਉਮੀਦ ਹੈ ਨਾਜ਼ਰੀਨ ਤੁਸੀਂ ਮੁਰਤਜ਼ਾ ਸਾਹਿਬ ਦੀ ਮਾਲੂਮਾਤ ਸੁਣ ਲਈ ਹੈ। ਇਹ ਲਾਈਵ ਹੈ, ਇੱਕ ਓਪਨ ਸ਼ੈੱਡ ਹੈ, ਓਪਨ ਸ਼ੈੱਡ ਹੀ ਅਸੀਂ ਇਹਨੂੰ ਕਹਿ ਸਕਦੇ ਹਾਂ। ਇਹ ਕੰਮ ਦੋਸਤੋ ਉਹੀ ਕਰਨਾ ਚਾਹੀਦਾ ਜਿਹਦੇ 'ਚ ਕੋਈ ਫਾਇਦਾ ਹੋਵੇ। ਮਸਲਨ ਇਹ ਹੁਣ ਭਾਈ ਸਾਹਿਬ ਨੇ ਦੱਸਿਆ ਕਿ ਸਾਡਾ ਇਹਦੇ 'ਤੇ ਹੋਰ ਕੋਈ ਖਰਚਾ ਨਹੀਂ, ਸਿਰਫ ਇੱਕ ਜਿਹੜਾ ਬੰਦਾ ਇਹਦੇ ਪਿੱਛੇ ਜਾਂ ਇਹ ਖੁਦ ਨੇ ਜਾਂ ਕੋਈ ਮੁਲਾਜ਼ਮ ਹੈ, ਜਾਂ ਜਿਸ ਤਰ੍ਹਾਂ ਵੀ ਤੁਸੀਂ ਰੱਖ ਸਕਦੇ ਹੋ। ਅਗਰ ਦੋਸਤ ਹਜ਼ਰਾਤ ਜਿਹਨੇ ਵਾਈ ਬੀਜੀ ਕਰਦੇ ਨੇ ਜਾਂ ਜਿਨ੍ਹਾਂ ਕੋਲ ਇਸ ਤਰ੍ਹਾਂ ਖੁੱਲੀਆਂ ਜਗ੍ਹਾ ਹਨ ਨੇ, ਉਹ ਇਸ ਕਾਰੋਬਾਰ ਨੂੰ ਬਿਹਤਰੀਨ ਤਰੀਕੇ ਨਾਲ ਮੁਨਾਫਾਏਬਲ ਕੰਮ ਹੈ। ਫਰਜ਼ ਕਰੋ ਜਿਨ੍ਹਾਂ ਦੀ ਆਪਣੀ ਜ਼ਮੀਨ ਹੈ, ਫਰਜ਼ ਕਰੋ ਅਵਾਰਾ ਪਈ ਹੈ, ਉੱਥੇ ਕੋਈ ਲੂਸਣ ਲਾ ਲਓ, ਜੰਤਰ ਲਾ ਲਓ, ਉਹਦੇ ਨਾਲ ਇਹ ਗਰੋਥ ਬਹੁਤ ਜ਼ਿਆਦਾ ਕਰਦੀਆਂ ਨੇ। ਔਰ ਉਸ ਤੋਂ ਬਾਅਦ ਅਗਰ ਤੁਸੀਂ ਇਹਨੂੰ ਵੰਡਾ ਛੰਡਾ ਪਾਓ, ਉਹ ਤੁਹਾਨੂੰ ਇਹਨਾਂ ਖੁਰਾਕਾਂ ਇਹਨਾਂ ਭੇਡਾਂ ਦੀਆਂ ਵੀ ਅਤੇ ਬੱਕਰੀਆਂ ਦੀਆਂ ਵੀ ਦੱਸੀਆਂ ਨੇ, ਉਹ ਤੁਸੀਂ ਇਸਤੇਮਾਲ ਕਰਕੇ ਆਪਣੇ ਜਿੰਨੇ ਤੁਹਾਡੇ ਜਾਨਵਰ ਹੈ ਉਹਨਾਂ ਦੀ ਗਰੋਥ ਬਿਹਤਰ ਹੋ ਸਕਦੀ ਹੈ। ਜਿਸ ਵਕਤ ਜਾਨਵਰਾਂ ਦਾ ਵਜ਼ਨ ਵਧੇਗਾ, ਇਹਦੇ ਨਾਲ ਹੀ ਤੁਹਾਡੇ ਪੈਸੇ ਵੀ ਵਧਣਗੇ ਔਰ ਤੁਹਾਡੇ ਜਾਨਵਰਾਂ ਦੀ ਜ਼ਿਆਦਾ ਤੁਹਾਨੂੰ ਯਾਨੀ ਉਹ ਰੁਪਈਏ ਪੈਸੇ ਆਉਣਗੇ। ਇਸ ਤਰੀਕੇ ਨਾਲ ਤੁਹਾਡਾ ਮੁਨਾਫਾ ਜ਼ਿਆਦਾ ਵਧੇਗਾ। ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਅਗਰ ਤੁਸੀਂ ਓਪਨਿੰਗ ਫਾਰਮ ਕਰੋ, ਮੇਰਾ ਇਹ ਤੁਹਾਨੂੰ ਮੈਂ ਮਸ਼ਵਰਾ ਦਿਆਂਗਾ, ਜਿਸ ਤਰ੍ਹਾਂ ਇਹ ਵੀ ਇਸ ਤਰੀਕੇ ਨਾਲ ਕੰਮ ਤਾਂ ਉਹ ਕਰਨਾ ਚਾਹੀਦਾ, ਖਰਚਾ ਘੱਟ ਹੋਵੇ, ਆਮਦਨ ਜ਼ਿਆਦਾ ਹੋਵੇ। ਹੁਣ ਬਾਅਦ ਯਾਨੀ ਕਿ ਜਿਹੜੇ ਸਾਇੰਟੀਫਿਕ ਤਰੀਕੇ ਨਾਲ ਠੀਕ ਨੇ ਫਾਰਮ ਉਹ ਵੀ ਬਣਦੇ ਨੇ, ਲੇਕਿਨ ਮਾੜਾ ਬੰਦਾ ਜਿਹੜਾ ਨਾ ਛੋਟੀ ਯਾਨੀ ਜਿਹੜਾ ਬੰਦਾ ਉਹ ਐਡੇ ਵੱਡਾ ਰਿਸਕ ਨਹੀਂ ਲੈ ਸਕਦਾ, ਖਰਚੇ ਇਹਨਾਂ ਦੇ ਬਹੁਤ ਜ਼ਿਆਦਾ ਨੇ। ਜੇ ਉਸ ਤਰੀਕੇ ਨਾਲ ਕਰੋ ਤੇ ਤੁਸੀਂ ਵੀ ਯਾਨੀ 40 ਬੱਕਰੀਆਂ ਜਾਂ 40 ਭੇਡਾਂ ਜਾਂ 20 ਭੇਡਾਂ ਇਹਨਾਂ ਦਾ ਇੱਕ ਸ਼ਡਿਊਲ ਬਣਾ ਲਓ ਅਗਰ ਤੁਸੀਂ ਇਹ ਕਾਰੋਬਾਰ ਕਰਨਾ ਚਾਹੁੰਦੇ ਹੋ। ਇਸ ਤੋਂ ਇਲਾਵਾ ਬੱਕਰੀਆਂ ਦਾ ਕਾਰੋਬਾਰ, ਬੱਕਰੀਆਂ ਦੁੱਧ ਵੀ ਬਹੁਤ ਦਿੰਦੀਆਂ ਨੇ, ਇਹ ਸਾਡੇ ਭਾਈ ਸਾਹਿਬ ਨੂੰ ਵੀ ਪਤਾ ਹੈ। ਇਸ ਤਰੀਕੇ ਨਾਲ ਦੋਸਤੋ ਤੁਸੀਂ ਆਪਣੇ ਕਾਰੋਬਾਰ ਨੂੰ ਪ੍ਰਮੋਟ ਕਰ ਸਕਦੇ ਹੋ। ਦੂਸਰੀ ਗੱਲ ਇਹ ਵੇ ਆਖਰੀ ਤੇ ਫਾਈਨਲ ਦੋਸਤੋ, ਇਹ ਨਬੀ ਕਰੀਮ ਸੱਲੱਲਾਹੁ अलैहि वसल्लम ਦੀ ਸੁਨਨਤ ਪਾ ਕੇ ਯਾਨੀ ਕਿ ਜਿਹੜਾ ਭੇਡਾਂ ਬੱਕਰੀਆਂ
ਨੂੰ ਚੁਰਾਉਂਦਾ ਹੈ, ਆਪ ਦੀ ਸੁਨਨਤ ਨੂੰ ਅਪਣਾਉਂਦਾ ਹੈ, ਉਹ ਕਾਰੋਬਾਰ 'ਚ ਨੁਕਸਾਨ ਨਹੀਂ ਹੁੰਦਾ, ਉਹਦੇ ਵਿੱਚ ਫਾਇਦਾ ਹੀ ਫਾਇਦਾ ਹੈ। ਇਸ ਤਰੀਕੇ ਨਾਲ ਸਵਾਬ ਦਾ ਸਵਾਬ ਹੈ, ਕਾਰੋਬਾਰ ਦਾ ਕਾਰੋਬਾਰ ਹੈ। ਇਹ ਦੋਸਤੋ ਸਾਰੀ ਮਾਲੂਮਾਤ ਭੇਡਾਂ ਬੱਕਰੀਆਂ ਦੇ ਬਾਰੇ 'ਚ ਮੈਂ ਤੁਹਾਨੂੰ ਦਿੱਤੀ। ਇਹ ਅਗਰ ਤੁਹਾਨੂੰ ਮੇਰੀ ਮਾਲੂਮਾਤ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਔਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਇਹੋ ਜਿਹੀ ਇਨਫੋਰਮੇਸ਼ਨ ਔਰ ਇਹੋ ਜਿਹੀ ਮਾਲੂਮਾਤ ਵਾਲੀ ਵੀਡੀਓ ਤੁਹਾਨੂੰ ਬਰ ਵਕਤ ਪਹੁੰਚਦੀ ਰਹੇ। ਇਹਨਾਂ ਗੱਲਾਂ ਬਾਤਾਂ ਦੇ ਨਾਲ ਆਪਣੇ ਮੇਜ਼ਬਾਨ ਅਮਾਨਤ ਅਲੀ ਸਾਬਰ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।